Good morning, students. In this video, we will discuss about the chapter number 12, that is the prepositions. Okay, what are the prepositions? Students, prepositions are those words that are placed before noun or pronoun. That means ਇਹ ਉਹ ਵਾਲੇ ਵਰਡਸ ਹੁੰਦੇ ਆ ਜਿਹੜੇ ਨਾउन ਜਾਂ ਪ੍ਰੋਨਾउन ਤੋਂ ਪਹਿਲਾਂ ਰੱਖੇ ਜਾਂਦੇ ਆ ਸੈਂਟੈਂਸ ਵਿੱਚ ਐਂਡ ਇਹਨਾਂ ਦਾ ਕੰਮ ਕੀ ਹੁੰਦਾ ਆ ਟੂ ਸ਼ੋ ਰਿਲੇਸ਼ਨਸ਼ਿਪ ਆਫ ਨਾउन ਐਂਡ ਪ੍ਰੋਨਾउन ਵਿਦ ਦ ਅਦਰ ਵਰਡਸ ਆਫ ਦ ਸੈਂਟੈਂਸ ਮੀਨਸ ਕਿ ਨਾउन ਤੇ ਪ੍ਰੋਨਾउन ਦਾ ਜਿਹੜਾ ਸੰਬੰਧ ਆ ਉਹ ਸੈਂਟੈਂਸ ਦੇ ਬਾਕੀ ਵਰਡਸ ਨਾਲ ਜਿਹੜੇ ਦੱਸਦੇ ਆ ਉਹ ਵਰਡਸ ਹੁੰਦੇ ਆ ਪ੍ਰੈਪੋਜੀਸ਼ਨਸ ਸੋ ਹੇਅਰ ਆਰ ਸਮ ਐਗਜ਼ਾਮਪਲਸ. The book was on the table. That means it is placed before noun, that is the table. He was in the room. Room is a noun and it is placed preposition is placed before it, that is in. She went to bed at 10 p.m. 10 p.m. you can say that it is an abstract noun. Time no koi dekh nahi sakda, just we can feel it. Okay, ਵਾਚ 'ਤੇ ਸਿਰਫ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਕਿ ਇੰਨੇ ਵੱਜ ਗਏ ਜਾਂ ਇੰਨੇ ਵੱਜ ਗਏ, ਬਟ ਸਮੇਂ ਨੂੰ ਦੇਖੀ ਅਗਰ ਆਪਾਂ ਦੇਖੀਏ ਜਿੱਦਾਂ ਖੁਸ਼ੀ ਨਹੀਂ ਦੇਖ ਸਕਦੇ ਉਸ ਤਰ੍ਹਾਂ ਉਹਨੂੰ ਵੀ ਨਹੀਂ ਦੇਖ ਸਕਦੇ. ਠੀਕ ਹੈ, ਸੋ ਵੀ ਕੈਨ ਕੰਸੀਡਰ ਇਟ ਐਜ਼ ਅ ਨਾउन. ਓਕੇ, ਸੋ ਜਿਹੜੇ ਵਰਡਸ ਨਾउन ਅਤੇ ਪ੍ਰੋਨਾउन ਤੋਂ ਪਹਿਲਾਂ ਪਲੇਸ ਕੀਤੇ ਜਾਂਦੇ ਆ ਜਿਵੇਂ ਔਨ, ਇਨ ਐਂਡ ਐਟ, ਦੀਜ਼ ਆਰ ਦਾ ਪ੍ਰੈਪੋਜੀਸ਼ਨਸ. ਆਲ ਰਾਈਟ, ਨਾਓ ਲੁੱਕ ਇਨ ਟੂ ਇਟਸ ਡੈਫੀਨੇਸ਼ਨ. ਅ ਪ੍ਰੈਪੋਜੀਸ਼ਨ ਇਜ਼ ਅ ਵਰਡ placed before a noun and a pronoun to show its relation with some other words in the sentence. Means preposition ਉਹ word ਆ ਜਿਹੜਾ noun ਤੇ pronoun ਤੋਂ ਪਹਿਲਾਂ place ਕੀਤਾ ਜਾਂਦਾ, ਰੱਖਿਆ ਜਾਂਦਾ ਆ ਕੀ ਕਰਨ ਵਾਸਤੇ, ਉਹ ਉਹਨਾਂ ਦਾ ਰਿਲੇਸ਼ਨ ਜਿਹੜਾ ਆ sentence ਦੇ other words ਨਾਲ show ਕਰਨ ਵਾਸਤੇ. ਠੀਕ ਹੈ, now next ਹੈਗਾ ਆ preposition of time. The first that we are gonna discuss, that is the preposition of time. It includes at, on and in. Okay, first we discuss at. At is used for a certain moment or a point in time. मतलब कि किसी खास पल दे लई ਜਿਹੜਾ ਆ ਸਮੇਂ ਦਾ ਕੋਈ ਖਾਸ ਪਲ ਜਾਂ ਅੰਸ਼ ਹੁੰਦਾ ਆ ਜਿਹੜਾ ਉਹਦੇ ਲਈ ਆਪਾਂ ਵਰਤਦੇ ਐਟ. ਆਈ ਵੈਂਟ ਦੇਅਰ ਐਟ 5 PM ਕਿ ਮੈਂ 5 ਵਜੇ ਉੱਥੇ ਗਿਆ, ਖਾਸ ਪਲ ਹੀ ਸੀ ਨਾ 5 ਵਜੇ. ਠੀਕ ਹੈ, ਬੀਚ ਕਹਿ ਰਹੇ ਆ ਐਟ ਇਜ਼ ਯੂਜ਼ਡ ਫॉर ਫੈਸਟੀਵਲਸ ਵਿਚ ਇੰਡੀਕੇਟ ਐਨ ਇਨਡੈਫੀਨਿਟ ਪੁਆਇੰਟ ਇਨ ਅ ਈਅਰ. ਕਹਿੰਦੇ ਕਿ ਕ੍ਰਿਸਮਸ ਇਨਡੈਫੀਨਿਟ ਪੁਆਇੰਟ ਇਨ ਅ ਈਅਰ ਦਾ ਮਤਲਬ ਇੱਥੇ ਗੱਲ ਇਹ ਕਹਿੰਦੇ ਫੈਸਟੀਵਲਸ ਵਾਸਤੇ ਵੀ ਐਟ ਯੂਜ਼ ਹੁੰਦਾ. ਇਨਡੈਫੀਨਿਟ ਇਸ ਕਰਕੇ ਕਿਉਂਕਿ ਫੈਸਟੀਵਲ ਜਿਹੜੇ ਆ ਨਾ ਉਹ ਕਿਸੇ ਵੇਲੇ ਵੀ ਆ ਸਕਦੇ. ਹੁਣ ਦੀਵਾਲੀ ਦਾ ਕੋਈ ਖਾਸ ਟਾਈਮ ਥੋੜ੍ਹੀ ਹੁੰਦਾ ਆ, ਇੰਨਾ ਕਹਿ ਸਕਦੇ ਕਿ ਆਪਾਂ ਦੀਵਾਲੀ 'ਤੇ ਮਿਲਾਂਗੇ, ਪਰ ਸਾਨੂੰ ਇਹ ਨਹੀਂ ਨਾ ਪਤਾ ਹੈਗਾ ਕਿ ਦੀਵਾਲੀ ਕਿਸ ਦਿਨ ਦੀ ਬਣਦੀ ਹੈ ਕਿਉਂਕਿ ਹਰ ਈਅਰ ਜਿਹੜੀ ਦੀਵਾਲੀ ਡਿਫਰੈਂਟ ਡੇਟਸ 'ਤੇ ਹੁੰਦੀ ਆ. ਠੀਕ ਹੈ, ਇਸ ਹਿਸਾਬ ਨਾਲ ਇਨਡੈਫੀਨਿਟ ਪੁਆਇੰਟ ਹੁੰਦਾ ਆ. ਅਤੇ ਕਹਿੰਦੇ ਫੈਸਟੀਵਲਸ 'ਤੇ ਵੀ ਆਪਾਂ ਐਟ ਯੂਜ਼ ਕਰ ਦਿੰਦੇ, ਜਿਵੇਂ ਆਈ ਮੈਟ ਹਿਮ ਐਟ ਕ੍ਰਿਸਮਸ. ਠੀਕ ਹੈ, ਮੈਂ ਉਹਨੂੰ ਕ੍ਰਿਸਮਸ 'ਤੇ ਮਿਲਿਆ, ਬਟ ਪਰਟੀਕੂਲਰ ਡੇਟ ਥੋੜ੍ਹੀ ਯਾਦ ਹੁੰਦੀ ਆ. ਉਹ ਗੱਲ ਵੱਖਰੀ ਹੈ ਕਿ 25 ਦਸੰਬਰ ਨੂੰ ਹੀ ਕ੍ਰਿਸਮਸ ਮਨਾਇਆ ਜਾਂਦਾ, ਬਟ ਦੀਵਾਲੀ ਦਾ ਤਾਂ ਕੋਈ ਉਹ ਨਹੀਂ ਨਾ ਹੁੰਦਾ ਕਿ ਇੱਧਰ ਨਹੀਂ ਹੋਣੀ ਆ. ਠੀਕ ਹੈ, ਨੈਕਸਟ ਇਜ਼ ਔਨ. ਔਨ ਇਜ਼ ਯੂਜ਼ਡ ਫॉर ਅ ਪਰਟੀਕੂਲਰ ਵੀਕ ਐਂਡ ਡੇਟ. ਕਿਸੇ ਖਾਸ ਹਫਤੇ ਲਈ ਅਤੇ ਕਿਸੇ ਖਾਸ ਡੇਟ ਵਾਸਤੇ ਔਨ ਯੂਜ਼ ਹੁੰਦਾ ਆ. ਆਈ ਵੈਂਟ ਟੂ ਦਿੱਲੀ ਔਨ ਮੰਡੇ. ਠੀਕ ਹੈ, ਕਿਸੇ ਖਾਸ ਡੇ ਵਾਸਤੇ ਵੀ. ਠੀਕ ਹੈ, ਕਿ ਮੈਂ ਜਿਹੜਾ ਆ ਮੰਡੇ ਨੂੰ ਦਿੱਲੀ ਗਿਆ ਸੀ. ਦ ਰਿਜ਼ਲਟ ਵਰ ਡਿਕਲੇਅਰਡ ਔਨ 10th May. ਡੇਟ ਵਾਸਤੇ, ਪਰਟੀਕੂਲਰ ਖਾਸ ਡੇਟ ਵਾਸਤੇ, ਕਿਸੇ ਖਾਸ ਦਿਨ ਵਾਸਤੇ, ਕਿਸੇ ਖਾਸ ਹਫਤੇ ਵਾਸਤੇ ਔਨ ਯੂਜ਼ ਹੁੰਦਾ ਆ. ਠੀਕ ਹੈ, ਨੈਕਸਟ ਹੈਗਾ ਇਨ. ਇਨ ਇਜ਼ ਯੂਜ਼ਡ ਫॉर ਅ ਪੀਰੀਅਡ ਆਫ ਟਾਈਮ ਇਨ ਦ ਮੋਰਨਿੰਗ, ਇਨ ਦ ਈਵਨਿੰਗ. ਹੁਣ ਕਹਿੰਦੇ ਕਿ ਸਮੇਂ ਦਿਨ ਦਾ ਕੋਈ ਸਮਾਂ ਹੋਵੇ, ਸਵੇਰ ਦਾ ਹੋਵੇ, ਸ਼ਾਮ ਦਾ ਹੋਵੇ, ਕਿਸੇ ਸਾਲ ਦੇ ਵਾਸਤੇ ਇਨ ਯੂਜ਼ ਹੁੰਦਾ ਆ. ਅਤੇ ਸੈਂਚੁਰੀ ਲਈ ਵੀ ਹੁੰਦਾ ਆ, ਸਰਦੀਆਂ ਗਰਮੀਆਂ ਦੇ ਲਈ ਵੀ ਯੂਜ਼ ਹੁੰਦਾ ਆ. ਬਟ ਵੀ ਸੇ ਐਟ ਨਾਈਟ. ਹਮੇਸ਼ਾ ਐਟ ਨਾਈਟ ਰਾਤ ਦੇ ਲਈ ਐਟ ਲੱਗੇਗਾ. ਇਨ ਦਾ ਮੋਰਨਿੰਗ, ਇਨ ਦਾ ਈਵਨਿੰਗ, ਇਨ ਆਫਟਰਨੂਨ ਲੱਗੇਗਾ. ਬਾਕੀ ਇੱਕ ਦਿਨ ਦੇ ਵੱਖੋ ਵੱਖਰੇ ਸਮਿਆਂ ਵਾਸਤੇ ਸਿਰਫ ਨਾਈਟ ਯਾਨੀ ਰਾਤ ਵਾਸਤੇ ਹੀ ਐਟ ਯੂਜ਼ ਹੁੰਦਾ, ਬਾਕੀਆਂ ਲਈ ਇਨ ਯੂਜ਼ ਹੋਏਗਾ. ਠੀਕ ਹੈ, ਹੀ ਕੇਮ ਟੂ ਮੀਟ ਮੀ ਇਨ ਦਾ ਆਫਟਰਨੂਨ. ਇਨ ਦਾ ਆਫਟਰਨੂਨ. ਠੀਕ ਹੈ, ਇਹ ਵੀ ਦਿਨ ਦਾ ਇੱਕ ਅੰਸ਼ ਹੁੰਦਾ ਆ. ਦਿਸ ਇਜ਼ ਅ ਈਅਰ. ਇਨ ਹਾਫ ਐਨ ਆਰ, ਇਹ ਵੀ ਟਾਈਮ ਹੈ. ਠੀਕ ਹੈ, ਡਿਊਰੇਸ਼ਨ ਹੈ ਸਮੇਂ ਦੀ. ਸੋ ਇਸ ਤਰੀਕੇ ਨਾਲ ਇਨ ਯੂਜ਼ ਹੁੰਦਾ ਆ. ਠੀਕ ਹੈ, ਦ ਨੈਕਸਟ ਇਜ਼ ਦ ਡਿਊਰਿੰਗ. ਡਿਊਰਿੰਗ ਇਜ਼ ਯੂਜ਼ਡ ਫॉर ਸਮਥਿੰਗ ਦੈਟ ਅਕਰ ਥਰੂ ਆਊਟ ਅ ਪੀਰੀਅਡ ਆਫ ਟਾਈਮ. ਕਿਸੇ ਖਾਸ ਸਮੇਂ ਨੂੰ ਆਪਾਂ ਜਦੋਂ ਲੈਂਦੇ ਹਾਂ ਤਾਂ ਪੂਰੇ ਦਾ ਪੂਰਾ ਹੀ ਲੈ ਲੈਂਦੇ ਹਾਂ. ਠੀਕ ਹੈ, ਉਸ ਸਮੇਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਹਿੰਦੇ ਉਦੋਂ ਆਪਾਂ ਡਿਊਰਿੰਗ ਯੂਜ਼ ਕਰਦੇ ਹਾਂ. ਠੀਕ ਹੈ,
ਉਸ ਸਮੇਂ ਦੌਰਾਨ, ਜਿੱਦਾਂ ਮੰਨ ਲਓ ਮੈਂ ਕਹਾਂ ਕਿ ਗਰਮੀਆਂ ਦੇ ਵਿੱਚ, ਹੁਣ ਇੱਥੇ ਲਾਈਫ ਟਾਈਮ ਯਾਨੀ ਪੂਰੀ ਜ਼ਿੰਦਗੀ ਦੇ ਵਿੱਚ ਉਹਨੇ ਵਾਰ ਕੰਟੀਨਿਊ ਡਿਊਰਿੰਗ ਦਾ ਸਮਰ, ਕਿ ਜਿਹੜੀ ਜੰਗ ਆ ਉਹ ਪੂਰੀਆਂ ਸਮਰ ਚੱਲਦੀ ਰਹੀ, ਠੀਕ ਹੈ। ਹੀ ਡਿਡ ਨਾਟ ਗੈਟ ਫੇਮ ਡਿਊਰਿੰਗ ਹਿਸ ਲਾਈਫ ਟਾਈਮ, ਆਪਣੀ ਸਾਰੀ ਉਮਰ, ਖਾਸ ਸਮਾਂ ਜਿਹੜਾ ਉਹਦੀ ਉਮਰ ਦਾ ਜਿਹੜਾ, ਠੀਕ ਹੈ, ਕਹਿੰਦੇ ਆਪਣੇ ਲਾਈਫ ਟਾਈਮ ਦੇ ਵਿੱਚ ਫੇਮ ਨਹੀਂ ਲੈ ਪਾਇਆ। ਡਿਊਰਿੰਗ ਕਹਿੰਦੇ ਖਾਸ ਪੀਰੀਅਡ ਯਾਨੀ ਨਿਸ਼ਚਿਤ ਸਮੇਂ ਦੇ ਲਈ ਵੀ, ਜਾਂ ਕਹਿ ਲਓ ਖਾਸ, ਜਾਂ ਕਹਿ ਲਓ ਡੈਫੀਨੇਟ, ਠੀਕ ਹੈ। ਕਹਿੰਦੇ ਡੈਫੀਨੇਟ ਸਮੇਂ ਦੇ ਲਈ ਕਹਿੰਦੇ ਡਿਊਰਿੰਗ ਯੂਜ਼ ਹੁੰਦਾ ਆ। ਕਹਿੰਦੇ ਜਿਹੜੀ ਚੋਰੀ ਹੋਈ, ਦਾ ਥੈਫਟ ਟੁਕ ਪਲੇਸ ਡਿਊਰਿੰਗ ਦਾ ਨਾਈਟ, ਕਹਿੰਦੇ ਰਾਤ ਦੇ ਸਮੇਂ ਹੀ ਹੋਈ, ਠੀਕ ਹੈ, ਦਿਨ ਵੇਲੇ ਨਹੀਂ ਹੋਈ, ਰਾਤ ਦੀ ਗੱਲ ਕੀਤੀ ਗਈ ਆ, ਅਤੇ ਇੱਥੇ ਡੈਫੀਨੇਟ ਕਰਤਾ ਉਸ ਸਮੇਂ ਨੂੰ। ਸੀਚ ਕਹਿ ਰਹੇ ਆ, ਡਿਊਰਿੰਗ ਇਜ਼ ਯੂਜ਼ ਫॉर ਅ ਪਰਟੀਕੂਲਰ ਟਾਈਮ ਵਾਈਲ ਸਮਥਿੰਗ ਇਜ਼ ਇਨ ਪ੍ਰੋਗਰੈਸ, ਕਹਿੰਦੇ ਕੋਈ ਖਾਸ ਸਮਾਂ, ਕਹਿੰਦੇ ਜਿਸ ਸਮੇਂ ਸਮਥਿੰਗ ਇਜ਼ ਇਨ ਪ੍ਰੋਗਰੈਸ, ਜਿਹੜੀ ਚੀਜ਼ ਚੱਲ ਰਹੀ ਹੋਵੇ, ਕਹਿੰਦੇ ਉਹ ਖਾਸ ਸਮੇਂ ਦੀ ਗੱਲ ਜਿਸ ਵਿੱਚ ਕੋਈ ਚੀਜ਼ ਚੱਲ ਰਹੀ ਹੁੰਦੀ ਹੈ, ਠੀਕ ਹੈ। ਦਾ ਫੋਨ ਰੈਂਗ ਡਿਊਰਿੰਗ ਦਾ ਮੀਲ, ਕਹਿੰਦੇ ਫ਼ੋਨ ਕਦੋਂ ਵੱਜਿਆ, ਕਿਸ ਦੌਰਾਨ ਵੱਜਿਆ, ਜਦੋਂ ਖਾਣਾ ਖਾਧਾ ਜਾ ਰਿਹਾ ਸੀਗਾ, ਠੀਕ ਹੈ। ਨੈਕਸਟ ਇਜ਼ ਬਾਏ। ਬਾਏ ਕਹਿੰਦੇ ਉਦੋਂ ਯੂਜ਼ ਹੁੰਦਾ ਆ, ਇਟ ਡੋਨੇਟਸ ਦਾ ਲੇਟੈਸਟ ਟਾਈਮ ਬਾਏ ਵਿਚ ਸਮਥਿੰਗ ਵਾਜ਼ ਔਰ ਇਜ਼ ਟੂ ਬੀ ਡਨ, ਕਹਿੰਦੇ ਕਿ ਮੈਂ ਤੁਹਾਨੂੰ ਕਹਿ ਕਿ ਹੁਣ ਮੰਨ ਲਓ ਮੇਰੇ ਬੌਸ ਨੇ ਮੈਨੂੰ ਕਿਹਾ ਕਿ ਤੁਹਾਨੂੰ 5 ਵਜੇ ਤੱਕ ਕੰਮ ਜਿਹੜਾ ਕੰਪਲੀਟ ਹੋਣਾ ਚਾਹੀਦਾ। ਲੇਟੈਸਟ ਦਾ ਮਤਲਬ ਕਿ ਜਿਹੜਾ ਸਮਾਂ ਬਿਲਕੁਲ ਕਲੋਜ਼ ਹੋਵੇ ਸਾਡੇ, ਅਤੇ ਇਹ ਕਿਹਾ ਜਾਵੇ ਕਿ ਇੰਨੇ ਸਮੇਂ ਨਾਲ ਉਹ ਕੰਮ ਹੋ ਜਾਣਾ ਆ, ਠੀਕ ਹੈ। ਸ਼ੀ ਸ਼ੁੱਡ ਬੀ ਹੇਅਰ ਬਾਏ 7 PM, ਕਿ ਉਹ 7 ਵਜੇ ਨਾਲ ਇੱਥੇ ਹੋਏਗੀ। ਸਮਾਂ ਜਿਹੜਾ ਵਾ ਬਿਲਕੁਲ ਕਲੋਜ਼ ਆ, ਅਤੇ ਦੱਸਿਆ ਜਾ ਰਿਹਾ ਕਿ ਇੰਨੇ ਸਮੇਂ ਨਾਲ ਇਹ ਚੀਜ਼ ਕੰਪਲੀਟ ਹੋ ਜਾਣੀ ਆ, ਮਤਲਬ ਉਹਦਾ ਆਉਣਾ ਜਿਹੜਾ ਵਾ 7 ਵਜੇ ਤੱਕ ਦਾ ਆ। ਫॉर ਇਜ਼ ਯੂਜ਼ਡ ਫॉर ਪੀਰੀਅਡ ਆਫ ਟਾਈਮ ਫॉर ਵਿਚ ਐਨ ਐਕਸ਼ਨ ਹੈਜ਼ ਬੀਨ ਗੋਇੰਗ ਔਨ, ਕਿੰਨੇ ਸਮੇਂ ਲਈ ਕਿਹੜਾ ਐਕਸ਼ਨ, ਕਹਿੰਦੇ ਸਮੇਂ ਦੇ ਲਈ ਕੋਈ ਐਕਸ਼ਨ ਹੋ ਰਿਹਾ ਆ, ਲਈ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਹੀ ਵਰਕਡ ਫॉर 3 hours, 3 ਘੰਟਿਆਂ ਦੇ ਲਈ ਇਹਨੇ ਕੰਮ ਕੀਤਾ। ਸ਼ੀ ਲਿਵਡ ਹੇਅਰ ਫॉर 1 year, 1 ਸਾਲ ਦੇ ਲਈ ਉਹ ਇੱਥੇ ਰਹੀ, ਠੀਕ ਹੈ। ਨੈਕਸਟ ਇਜ਼ ਸਿੰਸ। ਸਿੰਸ ਦਾ ਮਤਲਬ ਤੋਂ, ਠੀਕ ਹੈ। ਸਿੰਸ ਇਜ਼ ਯੂਜ਼ ਫॉर ਅ ਪੁਆਇੰਟ ਆਫ ਟਾਈਮ ਐਟ ਵਿਚ ਦਾ ਐਕਸ਼ਨ ਸਟਾਰਟਿਡ, ਕੋਈ ਐਕਸ਼ਨ ਕਿਸ ਸਮੇਂ ਸਟਾਰਟ ਹੋਇਆ, ਠੀਕ ਹੈ। ਅਤੇ ਕਹਿੰਦੇ ਐਕਸ਼ਨ ਜਿਹੜਾ ਉਹ ਕੰਟੀਨਿਊ ਹਜੇ ਵੀ ਚੱਲ ਰਿਹਾ ਹੁੰਦਾ ਹੈ, ਜਦੋਂ ਕਿ ਸਪੀਕਰ ਬੋਲ ਰਿਹਾ ਹੋਵੇ, ਚਾਹੇ ਉਹ ਪਾਸਟ ਦੇ ਸਮੇਂ 'ਚ ਬੋਲ ਰਿਹਾ, ਚਾਹੇ ਉਹ ਪ੍ਰੈਜੈਂਟ ਦੇ ਸਮੇਂ 'ਚ ਬੋਲ ਰਿਹਾ। ਆਈ ਹੈਵ ਬੀਨ ਵੇਟਿੰਗ ਫॉर ਹਿਮ ਸਿੰਸ ਮੋਰਨਿੰਗ, ਕਿ ਮੈਂ ਉਹਦੀ ਮੋਰਨਿੰਗ ਤੋਂ ਵੇਟ ਕਰ ਰਿਹਾ ਹਾਂ, ਠੀਕ ਹੈ, ਇਸ ਤਰੀਕੇ ਨਾਲ। ਫਰੋਮ ਦਾ ਮਤਲਬ, ਫਰੋਮ ਇਜ਼ ਯੂਜ਼ ਟੂ ਇੰਡੀਕੇਟ ਦਾ ਟਾਈਮ ਐਟ ਵਿਚ ਸਮਥਿੰਗ ਸਟਾਰਟਸ, ਕਹਿੰਦੇ ਇਹ ਉਹ ਟਾਈਮ ਨੂੰ ਦੱਸਦਾ ਆ ਜਿਸ ਸਮੇਂ ਕੋਈ ਚੀਜ਼ ਸਟਾਰਟ ਹੋਈ ਹੁੰਦੀ ਆ। ਹੀ ਵਰਕਡ ਫਰੋਮ ਮੋਰਨਿੰਗ ਟਿਲ ਈਵਨਿੰਗ, ਉਹ ਕੰਮ ਕਰ ਰਿਹਾ, ਕਦੋਂ ਤੋਂ ਕਰ ਰਿਹਾ ਆ, ਕਦੋਂ ਤੋਂ ਐਕਸ਼ਨ ਸਟਾਰਟ ਹੋਇਆ ਵਾ, ਵਰਕਿੰਗ ਦਾ ਮੋਰਨਿੰਗ ਤੋਂ, ਫਰੋਮ ਮੋਰਨਿੰਗ। ਸ਼ੀ ਪ੍ਰੇਡ ਫਰੋਮ 7 AM to 8 AM, ਠੀਕ ਹੈ, 7 ਤੋਂ 8 ਵਜੇ ਤੱਕ ਉਹ ਪ੍ਰੇ ਕੀਤੀ ਉਹਨੇ, ਠੀਕ ਹੈ, ਇਸ ਤਰੀਕੇ ਨਾਲ। I hope you understand it very well. The preposition of time, of place and direction means ਉਹ ਵਾਲੀਆਂ prepositions ਜਿਨ੍ਹਾਂ ਦੇ ਵਿੱਚ ਕਿਸੇ ਜਗ੍ਹਾ ਦੇ ਬਾਰੇ ਦੱਸਿਆ ਗਿਆ ਹੋਵੇ ਜਾਂ ਕਿਸੇ ਦਿਸ਼ਾ ਬਾਰੇ ਦੱਸਿਆ ਗਿਆ ਹੋਵੇ, ਉਹਨਾਂ ਨੂੰ ਕਿਵੇਂ ਯੂਜ਼ ਕਰਨਾ। ਦਾ ਫਸਟ ਵਨ ਇਜ਼ ਐਟ। ਐਟ ਇਜ਼ ਯੂਜ਼ਡ ਫॉर ਦਾ ਪੁਆਇੰਟ ਇਨ ਸਪੇਸ ਵੇਅਰ ਸਮਵਨ ਔਰ ਸਮਥਿੰਗ ਇਜ਼, ਜਿੱਥੇ ਕੋਈ ਚੀਜ਼ ਜਾਂ ਕੋਈ ਜਾਣਾ ਜਿਹੜਾ ਵਾ ਕਿਸੇ ਪੁਆਇੰਟ ਦੇ ਉੱਪਰ ਸਪੇਸ ਦੇ ਵਿੱਚ ਜਿਹੜਾ ਹੋਵੇ, ਠੀਕ ਹੈ। ਯਾਨੀ ਕਿ ਇੱਥੇ ਜਗ੍ਹਾ ਆ, ਠੀਕ ਹੈ, ਅਤੇ ਕੋਈ ਚੀਜ਼ ਇੱਥੇ ਆ ਜਾਂ ਇੱਥੇ ਕੋਈ ਖੜਿਆ ਆ, ਦੈਟ ਇਜ਼ ਐਟ, ਠੀਕ ਹੈ। ਦੇਅਰ ਵਾਜ਼ ਅ ਲੌਂਗ ਕਿਊ ਐਟ ਦਾ ਬੱਸ ਸਟੈਂਡ, ਠੀਕ ਹੈ, ਯਾਨੀ ਇੱਥੇ ਸਪੇਸ ਸੀਗੀ, ਅਤੇ ਕਹਿੰਦੇ ਕਿ ਇਸ ਜਗ੍ਹਾ ਦੇ ਉੱਪਰ ਇੱਕ ਲਾਈਨ ਬਣੀ ਹੋਈ ਆ, ਕਿਸ ਜਗ੍ਹਾ ਦੇ ਉੱਪਰ, ਬੱਸ ਸਟੈਂਡ ਦੇ ਉੱਪਰ, ਠੀਕ ਹੈ। ਅਤੇ ਇੱਥੇ ਦੇਅਰ ਵਾਜ਼ ਅ ਲੌਂਗ ਕਿਊ ਕਿੱਥੇ ਬਣੀ ਹੋਈ ਆ, ਬੱਸ ਸਟੈਂਡ ਦੇ ਉੱਪਰ, ਠੀਕ ਹੈ। ਇੱਥੇ ਇਹ ਕੁਐਸਚਨ ਅਰਾਈਜ਼ ਹੋਏਗਾ ਜਿੱਥੇ ਐਟ ਲਗਾਉਣਾ ਹੋਵੇ ਆਪਾਂ, ਠੀਕ ਹੈ। ਨੈਕਸਟ ਹੈਗਾ ਆ ਇਨ। ਕਹਿੰਦੇ ਇਨ ਯੂਜ਼ ਹੁੰਦਾ ਆ ਕਿਸੇ ਕੰਟੇਨਰ ਦੇ ਵਾਸਤੇ। ਕੰਟੇਨਰ ਮੀਨਸ ਜਿੱਦਾਂ ਗਲਾਸ ਹੋ ਗਿਆ, ਕੋਈ ਬੋਲ ਹੋ ਗਿਆ, ਠੀਕ ਹੈ, ਬੋਲ ਮੀਨਸ ਕੌਲਾ ਜਾਂ ਕੌਲੀ, ਠੀਕ ਹੈ। ਕਹਿੰਦੇ ਕੰਟੇਨਰ ਵਾਸਤੇ, ਕਿਸੇ ਜਗ੍ਹਾ ਵਾਸਤੇ, ਕਿਸੇ ਏਰੀਆ ਵਾਸਤੇ ਕਹਿੰਦੇ ਵਰਤਿਆ ਜਾਂਦਾ ਆ ਇਨ। ਕਹਿੰਦੇ ਕੀ ਇੰਡੀਕੇਟ ਕਰਦਾ ਆ, ਵੇਅਰ ਸਮਵਨ ਔਰ ਸਮਥਿੰਗ ਇਜ਼, ਜਿੱਥੇ ਕੋਈ ਨਾ ਕੋਈ ਚੀਜ਼ ਪਈ ਹੋਵੇ। ਕਹਿਣ ਦਾ ਮਤਲਬ ਇਹ ਹੁੰਦਾ ਵਾ ਕਿ ਜਿੱਦਾਂ ਮੰਨ ਲਓ ਕਿ ਮੇਰੇ ਹੈਂਡਸ ਹੀ ਆ, ਠੀਕ ਹੈ, ਮੇਰੇ ਹੈਂਡਸ ਦੇ ਵਿੱਚ ਮੰਨ ਲਓ ਸੈਂਡ ਪਈ ਆ, ਠੀਕ ਹੈ, ਸੈਂਡ ਇਜ਼ ਇਨ ਮਾਈ ਹੈਂਡ, ਠੀਕ ਹੈ। ਅਤੇ ਇਸ ਤਰੀਕੇ ਦੇ ਨਾਲ ਕੋਈ ਚੀਜ਼ ਜਿਹੜੀ ਆ, ਕੋਈ ਜਗ੍ਹਾ ਘੇਰਦੀ ਆ ਨਾ ਜਿੱਥੇ, ਉਹਦੇ ਲਈ ਆਪਾਂ ਵਰਤਦੇ ਆ ਇਨ, ਠੀਕ ਹੈ। ਜਿਵੇਂ ਸ਼ਰਟ ਕਿੱਥੇ ਆ, ਇਨ ਦਾ ਅਲਮੀਰਾ, ਯਾਨੀ ਸ਼ਰਟ ਜਗ੍ਹਾ ਘੇਰ ਲਈ ਆ ਅਲਮੀਰਾ ਦੇ ਵਿੱਚ, ਠੀਕ ਹੈ। ਪੈਨ ਕਿੱਥੇ ਆ, ਡਰੋਅਰ ਦੇ ਵਿੱਚ,
एक्वायर कर रहा ना वो उस जगह ਨੂੰ, ठीक है। द शर्ट इज़ इन अलमीरा, ठीक है। द पेन इज़ इन द ड्रॉर। ही इज़ सिटिंग इन द चेयर, ਚੇਅਰ ਦੇ ਵਿੱਚ ਬੈਠਾ ਆ, ਠੀਕ ਹੈ। ਵਿਦ ਆਰਮਸ, ਜਿਹੜੀ ਆਰਮਸ ਵਾਲੀ ਹੋਵੇ ਉੱਥੇ ਇਨ ਦਾ ਚੇਅਰ, ਜਿਹਦੀ ਆਰਮਸ ਨਹੀਂ ਹੈਗੀਆਂ ਉੱਥੇ ਔਨ ਦਾ ਚੇਅਰ, ਠੀਕ ਹੈ। ਨੈਕਸਟ ਹੈਗਾ ਔਨ। ਔਨ ਹੁੰਦਾ ਆ ਉੱਪਰਲੀ ਸਤਹ ਦੇ ਉੱਪਰ ਕੋਈ ਚੀਜ਼ ਰੱਖੀ ਗਈ ਹੋਣੀ। ਫੋਰ ਐਗਜ਼ਾਮਪਲ ਉੱਪਰਲੀ ਸਤਹ ਮੀਨਸ ਉੱਪਰਲੀ ਲੇਅਰ। ਇਹ ਬੁੱਕ ਆ, ਬੁੱਕ ਦੀ ਆ ਉੱਪਰਲਾ ਸਰਫੇਸ ਆ, ਮੈਂ ਇੱਥੇ ਪੈਨਸਿਲ ਰੱਖਦਾ, ਸੌਰੀ ਇਟਸ ਸਲੰਟਿੰਗ। ਪੈਨਸਿਲ ਫੋਰ ਐਗਜ਼ਾਮਪਲ ਮੈਂ ਰੱਖਤੀ, ਮਤਲਬ ਇਹਦੇ ਉੱਪਰ ਪਈ ਆ। ਦ ਪੈਨਸਿਲ ਇਜ਼ ਔਨ ਦਾ ਵਟ ਬੁੱਕ, ਠੀਕ ਹੈ। ਅਤੇ ਉੱਥੇ ਆਪਾਂ ਔਨ ਯੂਜ਼ ਕਰਦੇ ਹਾਂ। ਹੁਣ ਜਿੱਦਾਂ ਟੇਬਲ ਦੇ ਉੱਤੇ ਪਈ ਸੀ, ਉਹਦੀ ਸਤਹ ਦੇ ਉੱਪਰ ਪਈ ਆ, ਠੀਕ ਹੈ। ਦ ਬੁੱਕ ਇਜ਼ ਔਨ ਦਾ ਟੇਬਲ। ਫਰੋਮ ਐਂਡ ਟੂ। ਫਰੋਮ ਮੀਨਸ ਕਿਸੇ ਸਟਾਰਟਿੰਗ ਪੁਆਇੰਟ ਤੋਂ ਕੋਈ ਚੀਜ਼ ਸਟਾਰਟ ਕਰਨਾ, ਜਿੱਥੇ ਜਾ ਕੇ ਐਂਡ ਹੋਈ ਉੱਥੇ ਟੂ। ਫਰੋਮ ਕਾਨਪੁਰ ਟੂ ਲਖਨਊ, ਠੀਕ ਹੈ। ਜਿੱਦਾਂ ਕਹਾਂ ਮੈਂ, ਹੀ ਵੈਂਟ ਫਰੋਮ ਅੰਬਾਲਾ ਟੂ ਦਿੱਲੀ ਬਾਈ ਟ੍ਰੇਨ। ਉਹ ਗਿਆ ਕਿੱਥੇ ਗਿਆ, ਕਿੱਥੋਂ ਗਿਆ, ਫਰੋਮ ਅੰਬਾਲਾ ਤੋਂ ਸਟਾਰਟ ਹੋ ਕੇ ਉਹ ਦਿੱਲੀ ਗਿਆ, ਠੀਕ ਹੈ। ਇੱਕ ਤੋਂ ਸਟਾਰਟ ਕੀਤਾ, ਇੱਕ 'ਤੇ ਖ਼ਤਮ ਕੀਤਾ, ਉੱਥੇ ਲੱਗਦਾ ਫਰੋਮ ਐਂਡ ਟੂ ਇਕੱਠਾ। ਦੈਨ ਇਨਟੂ, ਆਊਟ ਆਫ ਅਤੇ ਥਰੂ। ਇਹਦਾ ਕਿੱਦਾਂ ਯੂਜ਼ ਹੁੰਦਾ ਆ? ਇਨਟੂ ਉਦੋਂ ਯੂਜ਼ ਹੁੰਦਾ ਕਹਿੰਦੇ ਜਦੋਂ ਮੰਨ ਲਓ ਕਿ ਮੈਂ ਕਹਾਂ ਕਿ ਕੋਈ ਰੂਮ ਦੇ ਅੰਦਰ ਚਲਾ ਗਿਆ, ਹੀ ਵੈਂਟ ਇਨਟੂ ਦਾ ਰੂਮ, ਠੀਕ ਹੈ। ਇਨਟੂ ਦਾ ਰੂਮ ਮਤਲਬ ਉਹ ਜਗ੍ਹਾ ਜਿੱਥੇ ਕਹਿੰਦੇ ਕਿ ਏਰੀਆ ਹੋਵੇ ਜਾਂ ਵੋਲਿਊਮ ਹੋਵੇ। ਵੋਲਿਊਮ ਦਾ ਮਤਲਬ ਹੁੰਦਾ ਜਿਹੜੀ ਸਪੇਸ ਹੁੰਦੀ ਆ, ਠੀਕ ਹੈ, ਜਿੱਥੇ ਜਗ੍ਹਾ ਹੁੰਦੀ ਆ, ਜਿਹੜੀ ਜਗ੍ਹਾ ਨੂੰ ਘੇਰਿਆ ਜਾ ਸਕਦਾ, ਦੈਟ ਇਜ਼ ਕਾਲਡ ਵੋਲਿਊਮ, ਠੀਕ ਹੈ। ਆਊਟ ਆਫ ਦਾ ਮਤਲਬ ਹੁੰਦਾ ਆ ਜਦੋਂ ਕੋਈ ਕਿਸੇ ਵੋਲਿਊਮ ਵਾਲੀ ਜਗ੍ਹਾ ਤੋਂ ਬਾਹਰ ਆਉਂਦਾ ਆ, ਠੀਕ ਹੈ। ਜਿੱਦਾਂ ਮੈਂ ਕਹਾਂ ਕੈਟ ਕੇਮ ਆਊਟ ਫਰੋਮ ਦਾ ਬਾਕਸ ਵਿੱਚ ਕੈਟ ਸੀਗੀ ਅਤੇ ਉਹ ਉਹਦੇ ਤੋਂ ਬਾਹਰ ਆ ਗਈ, ਆਊਟ ਫਰੋਮ ਦ ਬਾਕਸ ਜਾਂ ਆਊਟ ਆਫ ਦ ਬਾਕਸ, ਠੀਕ ਹੈ। ਜਿਵੇਂ ਇੱਥੇ ਆ, ਹੀ ਮੂਵਡ ਆਊਟ ਆਫ ਦਾ ਸਿਟੀ ਯੈਸਟਰਡੇ। ਸਿਟੀ ਵੀ ਜਗ੍ਹਾ ਘੇਰੂਗੀ, ਸ਼ਹਿਰ ਵੀ ਜਗ੍ਹਾ ਘੇਰਦਾ ਆ, ਠੀਕ ਹੈ, ਕੋਈ ਵੀ ਉੱਥੇ ਆ ਸਕਦਾ। ਦ ਬੋਏ ਕੇਮ ਆਊਟ ਆਫ ਦਾ ਰੂਮ। ਹੁਣ ਰੂਮ ਦੇ ਵਿੱਚ ਵੀ ਸਪੇਸ ਕਾਫੀ ਆ, ਠੀਕ ਹੈ, ਅਤੇ ਕਹਿੰਦੇ ਬੋਇਜ਼ ਜਿਹੜੇ ਆ ਰੂਮ ਤੋਂ ਬਾਹਰ ਆ ਗਏ, ਆਊਟ ਆਫ, ਠੀਕ ਹੈ। ਥਰੂ ਜਿਹੜਾ ਯੂਜ਼ ਹੁੰਦਾ ਆ, ਥਰੂ ਦਾ ਮਤਲਬ ਹੁੰਦਾ ਆ ਜਿੱਦਾਂ ਮੰਨ ਲਓ ਇੱਧਰ ਕੁਛ ਜਗ੍ਹਾ ਆ ਅਤੇ ਇੱਧਰ ਕੁਛ, ਮਤਲਬ ਇੱਧਰ ਕੋਈ ਕਹਿ ਲਓ ਇੱਥੇ ਵੀ ਵੋਲ ਆ, ਇੱਥੇ ਵੀ ਵੋਲ ਆ, ਅਤੇ ਇਹਦੇ ਵਿੱਚ ਦੀ ਕੋਈ ਚੀਜ਼ ਜਿੱਦਾਂ ਜਾਵੇ, ਠੀਕ ਹੈ। ਜਿੱਦਾਂ ਮੰਨ ਲਓ ਕਿ ਸੁਰੰਗ ਬਣੀਆਂ ਹੁੰਦੀਆਂ ਆ, ਸੁਰੰਗ ਬੁਲੇਟ ਟ੍ਰੇਨ ਹੁੰਦੀ, ਮੈਟਰੋ ਟ੍ਰੇਨ ਜਿਹੜੀਆਂ ਹੁੰਦੀਆਂ ਉਹ ਸੁਰੰਗਾਂ ਬਣਾਈਆਂ ਹੁੰਦੀਆਂ, ਉਹਨਾਂ ਦੇ ਵਿੱਚੋਂ ਦੀ ਜਾਂਦੀਆਂ ਆ, ਉੱਥੇ ਆਪਾਂ ਚੀਜ਼ ਯੂਜ਼ ਕਰਾਂਗੇ ਦੈਟ ਇਜ਼ ਥਰੂ, ਠੀਕ ਹੈ। ਦ ਟ੍ਰੇਨ ਵੈਂਟ ਥਰੂ ਦਾ ਟਨਲ। ਹੀ ਵੋਕਡ ਥਰੂ ਦਾ ਹਾਲ ਵੀ ਜਿਹੜਾ ਆ, ਹਾਲ ਵੀ ਸਾਈਡਾਂ ਦੇ ਉੱਪਰ ਵਾਲਸ ਹੁੰਦੀਆਂ ਹੈ, ਠੀਕ ਹੈ, ਆਪਾਂ ਉਹਦੇ ਵਿੱਚ ਦੀ ਜਾਵਾਂਗੇ ਅਤੇ ਆਪਾਂ ਕਹਾਂਗੇ ਨਾ ਵਿੱਚ ਦੀ ਜਾਣਾ, ਦੈਟ ਮੀਨਸ ਥਰੂ, ਠੀਕ ਹੈ। ਨੈਕਸਟ ਹੈਗਾ ਟੂਵਰਡਸ। ਟੂਵਰਡਸ ਦਾ ਮਤਲਬ ਹੁੰਦਾ ਤਰਫ ਜਾਂ ਵੱਲ। ਟੂਵਰਡਸ ਮੀਨਸ ਲੁਕਿੰਗ ਔਰ ਮੂਵਿੰਗ ਇਨ ਅ ਪਰਟੀਕੂਲਰ ਡਾਇਰੈਕਸ਼ਨ। ਟੂਵਰਡਸ ਤਰਫ ਆਪਾਂ ਕਿਸੇ ਵੱਲ ਦੇਖ ਵੀ ਸਕਦੇ ਹਾਂ, ਤਰਫ ਵੀ ਦੇਖ ਸਕਦੇ ਹਾਂ, ਅਤੇ ਉੱਧਰ ਮੂਵ ਵੀ ਕਰ ਸਕਦੇ ਹਾਂ। ਜਿੱਦਾਂ ਮੈਂ ਕਹਾਂ ਉਹ ਮੇਰੇ ਵੱਲ ਨੂੰ ਆ ਰਿਹਾ, ਉਹ ਮੇਰੇ ਵੱਲ ਦੇਖ ਰਿਹਾ, ਠੀਕ ਹੈ, ਇਸ ਤਰੀਕੇ ਨਾਲ। ਹੀ ਸੌ ਹਿਜ਼ ਫਰੈਂਡ ਕਮਿੰਗ ਟੂਵਰਡਸ ਹਿਮ। ਉਹਨੇ ਦੇਖਿਆ ਕਿ ਉਹਦਾ ਫਰੈਂਡ ਉਹਦੀ ਤਰਫ ਆ ਰਿਹਾ, ਉਹਦੇ ਵੱਲ ਆ ਰਿਹਾ, ਠੀਕ ਹੈ, ਇਸ ਤਰੀਕੇ ਨਾਲ। ਨੈਕਸਟ ਹੈਗੇ ਆ ਅਬਵ, ਓਵਰ, ਅੰਡਰ, ਇਨ ਫਰੰਟ ਆਫ ਐਂਡ ਬਿਹਾਈਂਡ। ਕਹਿੰਦੇ ਇਹ ਯੂਜ਼ ਕੀਤੇ ਜਾਂਦੇ ਆ ਪੋਜੀਸ਼ਨ ਵਾਸਤੇ ਕਿ ਕੋਈ ਚੀਜ਼ ਕਿੱਥੇ ਪਈ ਆ। ਅਬਵ ਉਦੋਂ ਯੂਜ਼ ਹੋਣਾ ਮੰਨ ਲਓ ਕਿ ਇਹ ਸਰਫੇਸ ਆ, ਸਰਫੇਸ ਮੈਂ ਤੁਹਾਨੂੰ ਦੱਸਿਆ ਨਾ ਉੱਪਰਲੀ ਸਤਹ ਕਿਸੇ ਵੀ ਚੀਜ਼ ਦੀ, ਠੀਕ ਹੈ। ਕਹਿੰਦੇ ਕਿ ਜਦੋਂ ਕੋਈ ਚੀਜ਼ ਸਤਹ ਤੋਂ ਥੋੜ੍ਹੀ ਉੱਪਰ ਹੁੰਦੀ ਆ, ਠੀਕ ਹੈ, ਉੱਥੇ ਆਪਾਂ ਯੂਜ਼ ਕਰਦੇ ਅਬਵ। ਹੁਣ ਜਿੱਦਾਂ ਇਸ ਪਿਕਚਰ ਦੇ ਵਿੱਚ ਜਿਹੜਾ ਆ ਪਾਣੀ ਜਿਹੜਾ ਉਹਦੇ ਗੋਡਿਆਂ ਤੋਂ ਉੱਪਰ ਆ, ਠੀਕ ਹੈ, ਕੀ ਇੱਥੇ ਲਿਖਿਆ ਜਾ ਰਿਹਾ ਆ ਦ ਵਾਟਰ ਕੇਮ ਅਬਵ ਹਿਜ਼ ਨੀਜ਼, ਠੀਕ ਹੈ, ਯਾਨੀ ਉਹਦੇ ਗੋਡਿਆਂ ਤੋਂ ਉੱਪਰ ਪਾਣੀ ਹੋ ਚੁੱਕਾ ਆ, ਠੀਕ ਹੈ। ਕਹਿੰਦੇ ਹਾਇਰ ਪੋਜੀਸ਼ਨ 'ਤੇ ਜਦੋਂ ਕੋਈ ਚੀਜ਼ ਹੋਵੇ, ਮਤਲਬ ਗੋਡਿਆਂ ਤੋਂ ਉੱਪਰ ਹੀ ਆ ਨਾ ਪਾਣੀ, ਅਤੇ ਇਸ ਕਰਕੇ ਅਬਵ। ਨੈਕਸਟ ਇਜ਼ ਓਵਰ। ਓਵਰ ਦਾ ਮਤਲਬ ਹੁੰਦਾ ਜਦੋਂ ਕੋਈ ਚੀਜ਼ ਸਤਹ ਤੋਂ ਉੱਪਰ ਹੋਵੇ ਪਰ ਉਹ ਸਰਫੇਸ ਨੂੰ ਟੱਚ ਨਾ ਕਰ ਰਹੀ ਹੋਵੇ, ਉਦੋਂ ਓਵਰ, ਠੀਕ ਹੈ। ਅ ਲੈਂਪ ਹੰਗ ਓਵਰ ਦਾ ਟੇਬਲ। ਟੇਬਲ ਨੂੰ ਲੈਂਪ ਟੱਚ ਨਹੀਂ ਕਰ ਰਿਹਾ ਹੁੰਦਾ, ਕਈ ਲੈਂਪ ਇਵੇਂ ਦੇ ਬਣੇ ਹੁੰਦੇ ਨਾ, ਐਵੇਂ ਜਿਹੇ ਕਰਕੇ ਬਣਾਏ ਹੁੰਦੇ ਆ, ਆਹ ਲੈਂਪ ਹੁੰਦਾ, ਠੀਕ ਹੈ। ਲੈਂਪ ਜਿਹੜਾ ਸਰਫੇਸ ਦੇ ਇਹਨੂੰ ਟੱਚ ਨਹੀਂ ਕਰ ਰਿਹਾ ਬਟ ਇਹਦੇ ਉੱਪਰ ਹੁੰਦਾ ਆ, ਅਤੇ ਉੱਥੇ ਓਵਰ ਯੂਜ਼ ਕਰ ਸਕਦੇ ਹਾਂ ਆਪਾਂ, ਠੀਕ ਹੈ। ਹੁਣ ਜਿੱਦਾਂ ਆਹ ਵੇਖੋ, ਆਹ ਚੀਜ਼ ਆ, ਲੈਂਪ ਇਹਦੇ ਉੱਪਰ ਆ, ਠੀਕ ਹੈ, ਬਟ ਇਹਨੂੰ ਟੱਚ ਨਹੀਂ ਕਰ ਰਿਹਾ, ਠੀਕ ਹੈ। ਨੈਕਸਟ ਹੈਗਾ ਬਿਲੋ। ਬਿਲੋ ਦਾ ਮਤਲਬ ਜਦੋਂ ਸਰਫੇਸ ਦੇ ਨੀਚੇ ਅਤੇ ਸਰਫੇਸ ਦੇ ਥੋੜ੍ਹੀ ਉੱਪਰ ਹੋਵੇ ਕੋਈ ਚੀਜ਼,
ਜਿੱਦਾਂ ਇਹ ਆ ਫਿਸ਼ ਪੂਰੀ ਨੀਚੇ ਨਹੀਂ ਹੁੰਦੀ, ਪੂਰੀ ਉੱਪਰ ਨਹੀਂ ਹੁੰਦੀ, ਵਿਚਕਾਰ ਜੇ ਰਹਿੰਦੀ ਆ, ਠੀਕ ਹੈ। ਇੱਥੇ ਲਿਖਿਆ ਯੂ ਸ਼ੁਡਨਟ ਰਾਈਟ ਬਿਲੋ ਦਿਸ ਲਾਈਨ। ਮੰਨ ਲਓ ਇਹ ਲਾਈਨ ਆ, ਮੈਂ ਇੱਥੇ ਏ ਪਾ ਰਹੀ ਹਾਂ ਅਤੇ ਮੈਂ ਏ ਇੱਦਾਂ ਪਾ ਰਹੀ ਹਾਂ, ਮਤਲਬ ਉਹ ਕਹਿ ਰਹੇ ਆ ਕਿ ਤੁਹਾਨੂੰ ਜਿਹੜਾ ਆ ਲਾਈਨ ਤੋਂ ਨੀਚੇ ਨਹੀਂ ਪਾਉਣਾ ਚਾਹੀਦਾ, ਬਿਲੋ ਨਹੀਂ ਪਾਉਣਾ ਚਾਹੀਦਾ, ਠੀਕ ਹੈ। ਇਸ ਤਰੀਕੇ ਨਾਲ ਚੀਜ਼ ਸਮਝ ਸਕਦੇ ਹੋ ਇਹਦੀ ਪੋਜੀਸ਼ਨ। ਅੰਡਰ ਦਾ ਮਤਲਬ ਹੁੰਦਾ ਆ ਕਿ ਜਿਹੜੀ ਚੀਜ਼ ਸਰਫੇਸ ਤੋਂ ਬਿਲਕੁਲ ਨੀਚੇ ਹੋਵੇ, ਡਾਊਨ ਹੋਵੇ, ਠੀਕ ਹੈ। ਹੁਣ ਜਿੱਦਾਂ ਕੈਟ ਆ ਸਰਫੇਸ ਆ ਇਹਦੇ ਬਿਲਕੁਲ ਹੀ ਨੀਚੇ ਆ, ਦੈਟ ਇਜ਼ ਅੰਡਰ ਦਾ ਟੇਬਲ, ਦਾ ਕੈਟ ਇਜ਼ ਸਿਟਿੰਗ ਅੰਡਰ ਦਾ ਟੇਬਲ। ਇਨ ਫਰੰਟ ਆਫ, ਕਿਸੇ ਦਾ ਫੇਸ ਇੱਧਰਲੀ ਸਾਈਡ 'ਤੇ ਆ, ਇਸ ਦਾ ਫੇਸ ਇੱਧਰਲੀ ਸਾਈਡ 'ਤੇ ਆ, ਅਤੇ ਇਹ ਦੋਵੇਂ ਇੱਕ ਦੂਜੇ ਦੇ ਕਲੋਜ਼ ਵੀ ਆ ਅਤੇ ਇੱਕ ਦੂਜੇ ਦੇ ਸਾਹਮਣੇ ਖੜੇ ਆ, ਅਤੇ ਉਦੋਂ ਆਪਾਂ ਯੂਜ਼ ਕਰਦੇ ਇਨ ਫਰੰਟ ਆਫ, ਠੀਕ ਹੈ। ਦਾ ਕਾਰ ਵਾਜ਼ ਇਨ ਫਰੰਟ ਆਫ ਦਾ ਬੱਸ, ਇੱਥੇ ਬੱਸ ਆ, ਇੱਥੇ ਕਾਰ ਆ, ਦੋਵੇਂ ਇੱਕ ਦੂਜੇ ਦੇ ਸਾਹਮਣੇ ਖੜੀਆਂ, ਅਤੇ ਉੱਥੇ ਯੂਜ਼ ਕਰਨਾ ਇਨ ਫਰੰਟ ਆਫ। ਨੈਕਸਟ ਇਜ਼ ਬਿਹਾਈਂਡ ਦਾ ਮਤਲਬ ਕੋਈ ਚੀਜ਼ ਦਾ ਫੇਸ ਇੱਧਰ ਨੂੰ ਆ ਅਤੇ ਦੂਸਰੀ ਚੀਜ਼ ਦਾ ਫੇਸ ਇੱਧਰ ਨੂੰ ਆ। ਹੁਣ ਜਿੱਦਾਂ ਇਹ ਦੋਵੇਂ ਆ, the dog is running behind, sorry, a dog was running behind him, ਠੀਕ ਹੈ, ਕਿ ਡੌਗ ਜਿਹੜਾ ਉਹਦੇ ਪਿੱਛੇ ਭੱਜ ਰਿਹਾ ਆ, ਠੀਕ ਹੈ। ਕੋਈ ਚੀਜ਼ ਬਿਹਾਈਂਡ ਯਾਨੀ ਪਿੱਛੇ ਹੋਣੀ, ਉੱਥੇ ਤੁਸੀਂ ਬਿਹਾਈਂਡ ਯੂਜ਼ ਕਰੋਗੇ। ਨੈਕਸਟ ਇਜ਼ across, along and off। across ਕਹਿੰਦੇ ਇਹ ਉਦੋਂ ਯੂਜ਼ ਹੁੰਦਾ, ਮੰਨ ਲਓ ਕਿ ਇਹ ਰੋਡ ਆ, ਕਿਸੇ ਲੜਕੀ ਆ ਜਿੱਦਾਂ ਚੱਲ ਰਹੀ ਆ, ਠੀਕ ਹੈ, ਇਹਨੇ ਇੱਧਰੋਂ ਸਟਾਰਟ ਕੀਤਾ, ਇੱਧਰ ਗਈ, ਯਾਨੀ ਇੱਧਰੋਂ ਸਟਾਰਟ ਕੀਤਾ ਅਤੇ ਇੱਧਰਲੀ ਸਾਈਡ 'ਤੇ ਆ ਗਈ, ਦੈਟ ਇਜ਼ across the road, ਠੀਕ ਹੈ, ਜਾਂ across the street। along ਦਾ ਮਤਲਬ ਹੁੰਦਾ ਆ ਰੋਡ ਆ, ਠੀਕ ਹੈ, ਮੈਂ ਇੱਧਰ ਨੂੰ ਰੋਡ ਜਾ ਰਿਹਾ ਆ, ਮੈਂ ਇੱਥੋਂ ਸਟਾਰਟ ਕੀਤਾ ਅਤੇ ਆਹ ਰੋਡ ਦਾ ਐਂਡ ਵਾ, ਇੱਧਰ ਨੂੰ ਵੀ ਰੋਡਸ ਹੈਗੇ ਆ, ਇੱਥੇ ਐਂਡ ਵਾ ਅਤੇ ਇੱਥੇ ਖ਼ਤਮ ਕਰਤਾ, ਇਹਦਾ ਮਤਲਬ along। ਰਿਵਰ ਦੀ ਗੱਲ ਵੀ ਮੈਂ ਕਰ ਸਕਦੀ ਹਾਂ, ਰਿਵਰ ਦੇ ਆਪਾਂ ਇੱਦਾਂ ਤੁਰਾਂਗੇ ਨਾ, along ਦਾ ਰਿਵਰ, ਠੀਕ ਹੈ। ਨੈਕਸਟ ਆਫ ਦਾ ਮਤਲਬ ਹੁੰਦਾ ਜਦੋਂ ਕੋਈ ਚੀਜ਼ ਮੋਸ਼ਨ 'ਚ ਆ, ਮੋਸ਼ਨ ਦਾ ਮਤਲਬ ਕੋਈ ਚੀਜ਼ ਹਿਲ ਜੁਲ ਵੀ ਕਰ ਰਹੀ ਆ ਅਤੇ ਕੋਈ ਜਗ੍ਹਾ ਨੂੰ ਛੱਡ ਵੀ ਰਹੀ ਆ, ਠੀਕ ਹੈ। ਉੱਥੇ ਕਿਵੇਂ ਹੋਏਗਾ, ਜਿਵੇਂ ਲਿਖਿਆ ਆ ਸ਼ੀ ਸਵੈਪਟ ਆਫ ਦਾ ਡਸਟ। ਹੁਣ ਨਾ ਡਸਟ ਇੱਥੇ ਪਈ ਸੀਗੀ, ਜਦੋਂ ਉਹਨੂੰ ਆਪਾਂ ਸਾਫ਼ ਕਰਤਾ, ਮਤਲਬ ਉਹ ਮੋਸ਼ਨ 'ਚ ਵੀ ਆਈ ਅਤੇ ਉਹ ਜਗ੍ਹਾ ਤੋਂ ਵੀ ਰਿਮੂਵ ਹੋ ਗਈ, ਠੀਕ ਹੈ। ਹੀ ਫੈਲ ਆਫ ਦਾ ਲੈਡਰ, ਕੀ ਹੋਇਆ, ਲੈਡਰ ਮੀਨਸ ਪੌੜੀ, ਠੀਕ ਹੈ। ਉਹਨੇ ਕੀ ਕੀਤਾ, ਮੋਸ਼ਨ ਦੇ ਵਿੱਚ ਉਹ ਡਿੱਗਿਆ ਵੀ, ਹਿਲ ਜੁਲ ਨਾਲ ਉਹ ਨੀਚੇ ਗਿਰਿਆ ਵੀ, ਅਤੇ ਦੂਸਰਾ ਉਹਨੇ ਉਹ ਲੈਡਰ ਨੂੰ ਛੱਡ ਵੀ ਦਿੱਤਾ, ਠੀਕ ਹੈ। ਇਸ ਤਰੀਕੇ ਨਾਲ ਉੱਥੇ ਆਫ ਯੂਜ਼ ਹੋਣਾ, ਓਕੇ। ਨੈਕਸਟ ਟੋਪਿਕ ਜਿਹੜਾ ਹੈ ਉਹਦੇ 'ਤੇ ਦੱਸਿਆ ਗਿਆ ਕਿ ਪ੍ਰੈਪੋਜੀਸ਼ਨਸ ਜਿਹੜੀਆਂ ਇਹਨਾਂ ਨੂੰ ਵਰਬਸ ਦੇ ਨਾਲ ਅਟੈਚ ਕਰਕੇ ਵੀ ਜਿਹੜਾ ਉਹਨਾਂ ਦਾ ਯੂਜ਼ ਹੋ ਜਾਂਦਾ ਆ, ਠੀਕ ਹੈ। ਕਾਫੀ ਸਾਰੀਆਂ ਆ ਅਤੇ ਇਹ ਤੁਸੀਂ ਪੜ੍ਹ ਲਓਗੇ ਅਤੇ ਤੁਹਾਨੂੰ ਅੰਡਰਸਟੈਂਡ ਬੈਟਰ ਵੇ ਨਾਲ ਹੋ ਜਾਣਗੀਆਂ, ਠੀਕ ਹੈ। ਜਿਵੇਂ ਐਕਿਊਜ਼ ਆਫ, ਹੀ ਵਾਜ਼ ਐਕਿਊਜ਼ ਆਫ ਥੈਫਟ ਮੀਨਸ ਕਿ ਉਹਨੂੰ ਜਿਹੜਾ ਵਾ ਚੋਰੀ ਵਾਸਤੇ ਜਿਹੜਾ ਉਹ 'ਤੇ ਐਲੀਗੇਸ਼ਨਸ ਲਗਾਏ ਗਏ, ਠੀਕ ਹੈ। ਅਪਲਾਈ ਫੋਰ, ਹੀ ਅਪਲਾਈਡ ਫੋਰ ਅ ਜੋਬ। ਅਪਲਾਈ ਫੋਰ ਦਾ ਮਤਲਬ ਉਹਨੇ ਜੋਬ ਲਈ ਅਪਲਾਈ ਕੀਤਾ ਸੀ। ਅਪਲਾਈ ਟੂ, ਆਈ ਅਪਲਾਈ ਟੂ ਦਾ ਪ੍ਰਿੰਸੀਪਲ ਫੋਰ ਲੀਵ, ਅਤੇ ਮੈਂ ਜਿਹੜਾ ਵਾ ਪ੍ਰਿੰਸੀਪਲ ਨੂੰ ਜਿਹੜਾ ਵਾ ਅਪਲਾਈ ਕੀਤਾ ਹੋਇਆ ਆ ਲੀਵ ਵਾਸਤੇ, ਠੀਕ ਹੈ। ਇਸ ਤਰੀਕੇ ਨਾਲ ਵੱਖੋ ਵੱਖਰੀਆਂ ਪ੍ਰੈਪੋਜੀਸ਼ਨ ਸੇਮ ਵਰਡ ਨਾਲ ਜਦੋਂ ਲੱਗਦੀਆਂ ਤਾਂ ਉਹ ਡਿਫਰੈਂਟ ਮੀਨਿੰਗਸ ਕੱਢਦੀਆਂ, ਠੀਕ ਹੈ। ਇਸ ਤੋਂ ਅੱਗੇ ਵੀ ਕੁਛ ਹੈਗੀਆਂ ਆ, ਇਹਨਾਂ ਨੂੰ ਪੜ੍ਹ ਲਿਓ, ਤੁਹਾਨੂੰ ਅੰਡਰਸਟੈਂਡਿੰਗ ਆਪਣੇ ਆਪ ਹੋ ਜਾਏਗੀ, ਠੀਕ ਹੈ। ਆਈ ਹੋਪ ਯੂ ਅੰਡਰਸਟੈਂਡ ਇਟ ਵੈਰੀ ਵੈਲ। ਥੈਂਕ ਯੂ।